ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਅੱਜ ਆਪਾਂ ਪੜਾਂਗੇ ਪਿਆਰਾ ਸਿੰਘ ਖੁੰਡਾ ਦੁਆਰਾ ਲਿਖਿਆ ਲੇਖ ਪੰਜਾਬ ਦੀਆਂ ਨਕਲਾਂ। ਨਕਲ ਜਿਹੜੀ ਆ ਉਹ ਇੱਕ ਲੋਕ ਨਾਟਕ ਦੀ ਇੱਕ ਕਿਸਮ ਮੰਨੀ ਜਾਂਦੀ ਆ। ਨਕਲ ਤੋਂ ਭਾਵ ਆ ਸਾਂਗ ਲਾਉਣੀ, ਰੀਸ ਲਾਉਣੀ, ਕਿਸੇ ਹੋਰ ਵਾਂਗ ਕੁਛ ਕਰਨ ਦੀ ਕਿਰਿਆ, ਅਨੁਕਰਨ ਕਰਨਾ। ਸੋ ਕਈ ਲੋਕ ਇਸ ਨੂੰ ਭੰਡ ਭੰਡੌਤੀ ਵੀ ਆਖਦੇ ਹਨ। ਕੁੱਲ ਮਿਲਾ ਕੇ ਕੀ ਕਿਹਾ ਲੇਖਕ ਨੇ ਕਿ ਨਕਲਾਂ ਜਿਹੜੀਆਂ ਵਾ ਲੋਕ ਨਾਟਕ ਦੀ ਇੱਕ ਕਿਸਮ ਆ। ਨਕਲ ਕਿਹਾ ਕਿਹਨੂੰ ਜਾਂਦਾ ਜਦੋਂ ਆਪਾਂ ਕਿਸੇ ਦੂਸਰੇ ਦੀ ਸਾਂਗ ਲਾਉਂਦੇ ਆ, ਰੀਸ ਲਾਉਂਦੇ ਆ ਜਾਂ ਕਿਸੇ ਵਾਂਗ ਕਰਨ ਦੀ ਕੋਈ ਵੀ ਜਿਹੜੀ ਕਿਰਿਆ ਉਹ ਕਰਦੇ ਆ। ਇਹਦਾ ਦੂਸਰਾ ਨਾਂ ਭੰਡ ਭੰਡੌਤੀ ਵੀ ਆ। ਨਕਲਾਂ ਲਾਉਂਦਾ ਕੌਣ ਆ? ਨਕਲਾਂ ਜਿਹੜੀਆਂ ਵਾ ਪੇਸ਼ਾਵਰ ਨਕਲੀਆਂ ਦੁਆਰਾ ਲਾਈਆਂ ਜਾਂਦੀਆਂ ਚਮੋਟਾ ਰੰਗ ਸ਼ੈਲੀ ਰਾਹੀਂ। ਚਮੋਟਾ ਰੰਗ ਸ਼ੈਲੀ ਤਰੀਕਾ ਆ ਉਹਨਾਂ ਦਾ ਨਕਲਾਂ ਨੂੰ ਲਾਉਣ ਦਾ। ਸੋ ਇਹਨਾਂ ਦੀ ਵਿਸ਼ੇਸ਼ਤਾ ਇਹ ਆ ਕਿ ਚੁਸਤ ਵਾਰਤਾਲਾਪ ਹੁੰਦੇ ਇਹਨਾਂ ਵਿੱਚ। ਆਪਸੀ ਗੱਲਬਾਤ ਜਿਹੜੀ ਵੀ ਉਹ ਕਰਦੇ ਬੜੀ ਚੁਸਤ ਫੁਰਤ ਹੁੰਦੀ ਹੈ। ਹਾਜ਼ਰ ਜਵਾਬੀ ਹੁੰਦੀ ਆ, ਵਿਅੰਗ ਕੱਸੇ ਜਾਂਦੇ ਆ, ਨਾਟਕੀ ਮੌਕੇ ਜਿਹੜੇ ਉਹ ਸਿਰਜਣ ਦੀ ਇਹਨਾਂ ਵਿੱਚ ਸਮਰੱਥਾ ਹੁੰਦੀ ਆ। ਸੋ ਇਹਨਾਂ ਕਾਰਨਾਂ ਕਰਕੇ ਇਹ ਜਿਹੜੀ ਨਕਲ ਆ ਇਹ ਸਜੀਵ ਨਾਟਕੀ ਪੇਸ਼ਕਾਰੀ ਦਾ ਇੱਕ ਨਮੂਨਾ ਹੈ। ਲੇਖਕ ਅੱਗੇ ਕੀ ਦੱਸਦਾ ਕਿ ਨਕਲਾਂ ਮੌਖਿਕ ਰੂਪ ਵਿੱਚ ਹੀ ਉਸਤਾਦੀ ਸ਼ਾਗਿਰਦੀ ਨਾਲ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀਆਂ ਆ। ਪਰ ਜਿਨ੍ਹਾਂ ਨੇ ਇਹਨਾਂ ਉੱਪਰ ਖੋਜ ਕੀਤੀ ਆ ਉਹ ਵਿਦਵਾਨ ਕਹਿੰਦੇ ਆ ਕਿ ਜਦੋਂ ਇਹਨਾਂ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਤੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ। ਸੋ ਸਮੇਂ ਦੇ ਪ੍ਰਸੰਗ ਵਿੱਚ ਹੀ ਇਹ ਕਿਰਿਆਸ਼ੀਲ ਰਹਿ ਸਕਦੀਆਂ। ਕਹਿਣ ਤੋਂ ਭਾਵ ਕਿ ਮੌਖਿਕ ਰੂਪ ਵਿੱਚ ਇਹ ਜ਼ਿਆਦਾ ਵਧੀਆ ਰਹਿੰਦੀਆਂ ਵਾ ਬਜਾਏ ਕਿ ਲਿਖਣ ਦੇ। ਸਮਾਂ, ਸਥਾਨ ਤੇ ਪ੍ਰਸੰਗ ਬਦਲਣ ਨਾਲ ਇਹਨਾਂ ਦੀ ਸਾਰਥਿਕਤਾ ਵੀ ਘੱਟ ਵੱਧ ਜਾਂਦੀ ਹੈ। ਮੌਖਿਕ ਰੂਪ ਵਿੱਚ ਇਹ ਸਮੇਂ ਦੇ ਵਹਿਣ ਵਿੱਚ ਵਹਿੰਦੀਆਂ ਤੁਰਦੀਆਂ ਤੇ ਕਿਤੇ ਜਾ ਕੇ ਅਤੀਤ ਵਿੱਚ ਖਤਮ ਹੋ ਜਾਂਦੀਆਂ। ਕਹਿਣ ਦਾ ਮਤਲਬ ਇਹ ਆ ਕਿ ਸਮੇਂ ਅਨੁਸਾਰ ਅੱਗੇ ਤੇ ਅੱਗੇ ਚੱਲਦੀਆਂ ਰਹਿੰਦੀਆਂ ਵਾ। ਫਿਰ ਜਿਹੋ ਜਿਹਾ ਮਾਹੌਲ ਚਾਲ ਹੋਵੇ ਆਉਣ ਵਾਲੀਆਂ ਪੀੜ੍ਹੀਆਂ ਉਸੇ ਤਰੀਕੇ ਦੀਆਂ ਨਕਲਾਂ ਜਿਹੜੀਆਂ ਉਹ ਸਿਰਜ ਲੈਂਦੀਆਂ ਤੇ ਪੁਰਾਣੀਆਂ ਖਤਮ ਹੋ ਜਾਂਦੀਆਂ। ਇਹ ਸਾਰਾ ਕੁਝ ਆਪਣੇ ਆਪ ਵਾਪਰਦਾ ਰਹਿੰਦਾ ਤੇ ਮੌਕੇ ਅਨੁਸਾਰ ਕਈ ਨਵੀਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ। ਨੈਕਸਟ ਕੀ ਦੱਸਿਆ ਲੇਖਕ ਨੇ ਕਿ ਨਕਲਾਂ ਜਿਹੜੀਆਂ ਲਾਉਣ ਵਾਲੇ ਜਾਂ ਕਰਨ ਵਾਲੇ ਕਲਾਕਾਰ ਹੁੰਦੇ ਉਹਨਾਂ ਨੂੰ ਨਕਲੀਏ ਕਿਹਾ ਜਾਂਦਾ। ਮਰਾਸੀ ਤੇ ਭੰਡ ਦੋ ਖਾਸ ਜਾਤਾਂ ਆ ਜਿਹੜੇ ਨਕਲਾਂ ਲਾਉਣ ਦਾ ਕੰਮ ਕਰਦੇ ਆ। ਮਰਾਸੀ ਉਹਨੂੰ ਕਿਹਾ ਜਾਂਦਾ ਜਿਹਨੂੰ ਲੋੜ ਤੋਂ ਵੱਧ ਕੇ ਤੇਜ਼ੀ ਦੇ ਨਾਲ ਤੁਰੰਤ ਫੁਰਤ ਜਿਹੜੀ ਗੱਲ ਹੈ ਉਹ ਪੁਰਦੀ ਹੋਵੇ। ਸੋ ਨਕਲਾਂ ਜਿਹੜੀਆਂ ਲਾਉਣ ਦਾ ਕੰਮ ਮਰਾਸੀ ਤੇ ਭੰਡਾਂ ਦੇ ਹਿੱਸੇ ਆਇਆ। ਹੁਣ ਅੱਗੋਂ ਮਰਾਸੀ ਜਿਹੜਾ ਸ਼ਬਦ ਆ ਉਹਦੇ ਲਫ਼ਜ਼ੀ ਅਰਥ ਕੀ ਆ? ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ, ਭਾਵ ਕਿ ਉਹ ਬੰਦਾ ਜਿਹੜਾ ਆਪਣੇ ਮੁੱਢ ਕਦੀਮ ਤੋਂ ਚੱਲੇ ਆ ਰਹੇ ਪੇਸ਼ੇ ਨੂੰ ਅਪਣਾਉਂਦਾ ਹੈ। ਇਹਨਾਂ ਦਾ ਇੱਕ ਕਦੀਮੀ ਰਿਵਾਜ ਆ ਜਾਂ ਇੱਕ ਪੇਸ਼ਾ ਆ। ਹੁਣ ਮਰਾਸੀ ਜਿਹੜੇ ਉਹ ਕੀ ਕੰਮ ਕਰਿਆ ਕਰਦੇ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪਿੰਡ ਦੇ ਚੰਗੇ ਚੰਗੇ ਵੱਸਦੇ ਜਿਹੜੇ ਚੰਗੇ ਅਮੀਰ ਘਰ ਹੁੰਦੇ ਸੀ ਉਹਨਾਂ ਘਰਾਂ ਦੇ ਵਿੱਚ ਜਾ ਕੇ ਕੁਰਸੀਨਾਮੇ ਤੇ ਬੰਸਾਵਲੀਆਂ ਕਵਿਤਾ ਜੋੜ ਕੇ ਉਹ ਪੜ੍ਹਦੇ ਸੀਗੇ ਤੇ ਫਿਰ ਉਹਨਾਂ ਨੂੰ ਇਨਾਮ ਜਿਹੜਾ ਉਹ ਇਹਨਾਂ ਤੋਂ ਮਿਲਦਾ ਸੀ। ਜਜਮਾਨ ਕਿਹਾ ਗਿਆ ਆ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਚੰਗੇ ਸਰਦੇ ਪੁੱਜਦੇ ਰੱਜੇ ਪੁੱਜੇ ਹੁੰਦੇ ਸੀਗੇ ਤੇ ਉਹ ਇਹਨਾਂ ਲੋਕਾਂ ਨੂੰ ਕੁਛ ਨਾ ਕੁਛ ਜਿਹੜਾ ਸੀਗਾ ਇਨਾਮ ਵਜੋਂ ਦਿੰਦੇ ਸੀ। ਕੁਰਸੀਨਾਮਾ ਬੰਸਾਵਲੀ ਦਾ ਅਰਥ ਇਹ ਆ ਕਿ 7-8 ਪੀੜ੍ਹੀਆਂ ਇਸ ਤੋਂ ਵੀ ਜ਼ਿਆਦਾ ਪੀੜ੍ਹੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਮੁਖੀਆਂ ਦੇ ਨਾਮ ਲੈ ਲੈ ਕੇ ਉਹਨਾਂ ਦੀ ਵਡਿਆਈ ਕਰਨੀ। ਸੋ ਇਹ ਸੀਗੇ ਮਰਾਸੀ ਜਿਹੜੇ ਕਿ ਜਜਮਾਨਾਂ ਆਪਣੇ ਜਿਹੜੇ ਉਹਨਾਂ ਦੇ ਪਿੰਡ ਦੇ ਲੋਕ ਸੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀਆਂ ਸਾਰੀਆਂ ਪੀੜ੍ਹੀਆਂ ਨੂੰ ਗਿਣ ਦਿੰਦੇ ਸੀਗੇ ਤੇ ਉਹਨਾਂ ਤੋਂ ਇਨਾਮ ਪ੍ਰਾਪਤ ਕਰਦੇ ਸੀ। ਦੂਸਰੇ ਹੈਗੇ ਭੰਡ। ਭੰਡ ਜਿਹੜੇ ਉਹ ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ। ਭੰਡੀ ਕਰਨਾ ਹੁੰਦਾ ਕਿਸੇ ਨੂੰ ਭੰਡਣਾ, ਨਿੰਦਣਾ ਜਾਂ ਕਿਸੇ ਨੂੰ ਨੀਵਾਂ ਦਿਖਾਉਣਾ। ਇਹਨਾਂ ਦਾ ਇਤਿਹਾਸ ਕੀ ਰਿਹਾ ਕਿ ਇਹ ਜਿਹੜੇ ਭੰਡ ਸੀਗੇ ਮੁਸਲਮਾਨਾਂ ਦੇ ਭਾਰਤ ਆਉਣ ਦੇ ਨਾਲ ਮੁਸਲਮਾਨ ਬਣੇ ਸੀ। ਕੁਝ ਖੋਜਕਾਰ ਕਹਿੰਦੇ ਆ ਕਿ ਇਹ ਜਿਹੜੇ ਅਨ-ਆਰੀਆ ਜਾਤੀ ਦੇ ਵਿੱਚੋਂ ਸੀਗੇ ਤੇ ਪਹਿਲਾਂ ਤੋਂ ਹੀ ਪੰਜਾਬ ਦੇ ਵਸਨੀਕ ਸੀ। ਜਦੋਂ ਉਹਨਾਂ ਦੀ ਨਾਟਕੀ ਕਲਾ ਆਰੀਆ ਨੇ ਅਪਣਾ ਕੇ ਇਹਨਾਂ ਲੋਕਾਂ ਨੂੰ ਘਟੀਆ ਜਾਂ ਸ਼ੂਦਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੂੰ ਇਹ ਚੀਜ਼ ਆਪਣਾ ਅਪਮਾਨ ਜਾਪੀ। ਸੋ ਆਪਣੇ ਨਿਰਾਦਰ ਦਾ ਬਦਲਾ ਲੈਣ ਲਈ ਉਹਨਾਂ ਨੇ ਆਰੀਆ ਜਾਤੀ ਜਾਂ ਉੱਚੀ ਜਾਤੀ ਦੇ ਲੋਕਾਂ ਨੂੰ ਜਿਹੜਾ ਹੀ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ। ਅੱਗੇ ਲੇਖਕ ਦੱਸਦਾ ਕਿ ਨਕਲਾਂ ਦੀਆਂ ਕਈ ਕਿਸਮਾਂ ਆ ਪਰ ਮੁੱਖ ਤੌਰ ਦੇ ਉੱਤੇ ਨਕਲਾਂ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ। ਇੱਕ ਵਿਸ਼ੇ ਪੱਖ ਦੀਆਂ ਨਕਲਾਂ ਤੇ ਦੂਸਰਾ ਰੂਪਕ ਪੱਖ ਦੀਆਂ ਨਕਲਾਂ। ਵਿਸ਼ੇ ਪੱਖੋਂ ਨਕਲਾਂ ਜਿਹੜੀਆਂ ਵਾ ਉਹ ਕਿੰਨਾਂ ਮੌਕਿਆਂ ਦੇ ਉੱਤੇ ਸਿਰਜੀਆਂ ਜਾਂਦੀਆਂ? ਜਨਮ ਸਮੇਂ, ਵਿਆਹ ਸਮੇਂ, ਹੂ-ਬ-ਹੂ ਸਾਂਗਾਂ ਲਾਉਣ ਦੀਆਂ, ਕਿੱਤਿਆਂ ਨਾਲ ਸੰਬੰਧਿਤ ਜਾਂ ਕਿਸੇ ਖਾਸ ਵਿਅਕਤੀ ਜਿਹੜੇ ਹੁੰਦਾ ਉਹਦੀ ਨਕਲ ਲਾ ਕੇ। ਸੋ ਰੂਪਕ ਪੱਖ ਤੋਂ ਇਹ ਦੋ ਕਿਸਮ ਦੀਆਂ ਵਾ, ਲੰਮੀਆਂ ਅਤੇ ਨਿੱਕੀਆਂ ਨਕਲਾਂ।
ਨਿੱਕੀਆਂ ਨਕਲਾਂ 'ਚ ਕੀ ਹੁੰਦਾ ਕਿ ਸਿਰਫ 2 ਹੀ ਕਲਾਕਾਰ ਇਹਨਾਂ ਨੂੰ ਖੇਡਦੇ ਆ। ਇਹਨਾਂ ਵਿੱਚੋਂ ਇੱਕ ਦੇ ਹੱਥ 'ਚ ਚਮੋਟਾ ਹੁੰਦਾ ਤੇ ਦੂਸਰੇ ਦੇ ਹੱਥ ਵਿੱਚ ਛੋਟਾ ਜਿਹਾ ਤਬਲਾ। ਚਮੋਟਾ ਚਮੜੇ ਦਾ ਬਣਿਆ ਹੁੰਦਾ, ਜਿਹੜਾ ਭੰਡ ਇੱਕ ਭੰਡ ਜਿਹੜਾ ਉਹ ਦੂਸਰੇ ਦੇ ਮਾਰਦਾ ਆ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ, ਬੇਰਸੀ ਜਾਂ ਕੋਈ ਫਾਲਤੂ ਗੱਲ ਕਰਦਾ ਆ ਤੇ ਦੂਸਰਾ ਜਿਹੜਾ ਬੰਦਾ ਹੁੰਦਾ ਉਹਦੇ ਚਮੋਟਾ ਮਾਰਦਾ ਆ, ਜਿਸ ਕਰਕੇ ਆਲੇ ਦੁਆਲੇ ਦੇ ਵਿੱਚ ਹਾਸਾ ਪੈਦਾ ਹੁੰਦਾ। ਇਹ ਜਿਹੜਾ ਨਿੱਕੀਆਂ ਨਕਲਾਂ ਹੁੰਦੀਆਂ ਇਹਨਾਂ ਵਿੱਚ ਇੱਕ ਹੀ ਝਾਕੀ ਹੁੰਦੀ ਆ, ਇੱਕ ਹੀ ਹਾਸ ਰਸੀ ਸਿਖਰ ਉਸਾਰਿਆ ਜਾਂਦਾ। ਸਮਾਂ ਇਹਨਾਂ ਦਾ 5 ਤੋਂ 10 ਮਿੰਟ ਦਾ ਹੁੰਦਾ। ਸ਼ੁਰੂ ਦੇ ਵਿੱਚ ਜਿਹੜੀ ਗੱਲਬਾਤ ਸਿੰਪਲ ਸਧਾਰਨ ਹੁੰਦੀ ਆ, ਮੱਧ ਵਿੱਚ ਥੋੜ੍ਹੀ ਗੱਲ ਲਟਕ ਜਾਂਦੀ ਆ ਤੇ ਅੰਤ ਦੇ ਵਿੱਚ ਜਿਹੜਾ ਵਾ ਇੱਕਦਮ ਹਾਸਾ ਪੈਦਾ ਹੁੰਦਾ। ਸੋ ਨਿੱਕੀਆਂ ਨਕਲਾਂ ਨੂੰ ਜਿੱਥੇ 2 ਹੀ ਕਲਾਕਾਰ ਖੇਡਦੇ ਆ, ਉੱਥੇ ਲੰਮੀਆਂ ਨਕਲਾਂ ਖੇਡਣ ਲਈ ਪੂਰੀ ਟੋਲੀ ਦੀ ਲੋੜ ਪੈਂਦੀ ਆ। ਲੰਮੀਆਂ ਨਕਲਾਂ ਵਿੱਚ 10-15 ਪਾਤਰ ਹੁੰਦੇ ਆ। ਇਹਦੇ ਵਿੱਚ ਇੱਕ ਘਟਨਾ ਪ੍ਰਧਾਨ ਕਹਾਣੀ ਹੁੰਦੀ ਆ ਤੇ ਵੱਖ-ਵੱਖ ਝਾਕੀਆਂ ਵਿੱਚ ਇਸ ਕਹਾਣੀ ਨੂੰ ਪੇਸ਼ ਕੀਤਾ ਜਾਂਦਾ। ਲੰਮੀਆਂ ਨਕਲਾਂ ਦਾ ਸਮਾਂ 3 ਘੰਟੇ ਤੱਕ ਦਾ ਹੋ ਸਕਦਾ ਤੇ ਥਾਂ-ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਹੁੰਦੇ। ਮਤਲਬ ਕਿ ਅਖੀਰ 'ਤੇ ਹਾਸਾ ਪੈਦਾ ਨਹੀਂ ਹੁੰਦਾ, ਵੱਖ-ਵੱਖ ਜਦੋਂ ਕਹਾਣੀ ਚੱਲਦੀ ਆ ਤੇ ਵਿੱਚ ਅਲੱਗ-ਅਲੱਗ ਮੌਕਿਆਂ ਦੇ ਉੱਤੇ ਪੰਚ ਜਿਹੜੇ ਉਹ ਦਿੱਤੇ ਜਾਂਦੇ ਆ। ਲੰਮੀਆਂ ਨਕਲਾਂ ਖੇਡਣ ਲਈ ਭਾਵੇਂ ਪੂਰੀ ਟੋਲੀ ਦੀ ਲੋੜ ਹੁੰਦੀ, ਪਰ ਹੁੰਦੇ ਇਹਨਾਂ ਵਿੱਚ 2 ਹੀ ਪਾਤਰ ਆ ਜਿਹੜੇ ਕਿ ਜਿਨ੍ਹਾਂ ਨੂੰ ਮਹੱਤਵਪੂਰਨ ਕਿਹਾ ਜਾ ਸਕਦਾ। ਇੱਕ ਇਹਨਾਂ ਵਿੱਚੋਂ ਰੰਗਾ ਹੁੰਦਾ ਤੇ ਦੂਸਰਾ ਇਹਨਾਂ ਵਿੱਚੋਂ ਬਿਗਲਾ ਹੁੰਦਾ। ਰੰਗਾ ਕੀ ਕੰਮ ਕਰਦਾ ਕਿ ਸ਼ਬਦਾਂ ਦਾ ਮਹਿਲ ਉਸਾਰਦਾ ਆ ਤੇ ਬਿਗਲਾ ਉਸ ਮਹਿਲ ਨੂੰ ਲੱਤ ਮਾਰ ਕੇ ਢਾਹ ਦਿੰਦਾ। ਹੁਣ ਕੀ ਦੱਸਿਆ ਕਿ ਰੰਗਾ ਤੇ ਬਿਗਲਾ ਜਿਹੜੇ ਸੀਗੇ ਉਹਨਾਂ ਦੀ ਕੀ ਦਿਲਚਸਪ ਕਹਾਣੀ ਆ ਕਿ ਜਿਹੜਾ ਰੰਗਾ ਸੀ ਉਹ ਮਰਾਸੀ ਜਾਤ ਨਾਲ ਸੰਬੰਧਿਤ ਸੀ। ਸਾਜ਼ ਸੰਗੀਤ ਵਿੱਚ ਬਹੁਤ ਮਾਹਿਰ ਸੀਗਾ, ਆਵਾਜ਼ ਉਹਦੀ ਬੇਹੱਦ ਸੁਰੀਲੀ ਸੀਗੀ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਕਿੱਸੇ ਕਹਾਣੀਆਂ ਜਿਹੜੀਆਂ ਉਹਨਾਂ ਨੂੰ ਗਾ ਕੇ ਸੁਣਾਉਂਦਾ ਸੀ। ਹੁਣ ਰੰਗੇ ਦਾ ਇੱਕ ਮਿੱਤਰ ਸੀਗਾ ਜਿਹੜਾ ਬੜਾ ਹਸਮੁਖ ਸੀ, ਪਰ ਉਹਨੂੰ ਗਾਉਣਾ ਨਹੀਂ ਸੀ ਆਉਂਦਾ, ਉਹਦੀ ਆਵਾਜ਼ ਜਿਹੜੀ ਉਹ ਸੁਰੀਲੀ ਨਹੀਂ ਸੀ। ਜਦੋਂ ਰੰਗਾ ਜਿਹੜਾ ਕੋਈ ਵੀ ਕਥਾ ਗਾਇਨ ਕਰਦਾ ਸੀ ਜਾਂ ਕੋਈ ਗੀਤ ਗਾਉਂਦਾ ਸੀਗਾ ਤੇ ਬਿਗਲਾ ਜਿਹੜਾ ਸੀਗਾ ਉਹਦੇ ਵੱਲ ਉਹਦੀ ਸ਼ਕਲ ਵੱਲ ਵੇਖ ਕੇ ਵੰਨ-ਸੁਵੰਨੇ ਮੂੰਹ ਬਣਾਉਂਦਾ ਸੀ। ਸੋ ਵਿਗੜੇ ਤਿਗੜੇ ਮੂੰਹ ਬਣਾਉਣ ਕਰਕੇ ਲੋਕ ਉਹਦੇ ਵੱਲ ਵੇਖ ਕੇ ਹੱਸਦੇ ਸੀ ਤੇ ਇਸੇ ਤਰ੍ਹਾਂ ਹੀ ਉਹਦਾ ਨਾਂ ਜਿਹੜਾ ਸੀਗਾ ਵਿਗੜੇ ਮੂੰਹ ਤੋਂ ਵਿਗੜਾ ਪੈ ਗਿਆ ਤੇ ਹੌਲੀ-ਹੌਲੀ ਜਿਹੜਾ ਸੀਗਾ ਉਹਨੂੰ ਵਿਗੜੇ ਤੋਂ ਬਿਗਲਾ ਕਹਿਣਾ ਸ਼ੁਰੂ ਕਰ ਦਿੱਤਾ। ਰੰਗਾ ਜਿਹੜਾ ਆ ਉਹ ਇੱਕ ਪ੍ਰਕਾਰ ਦਾ ਨਕਲਾਂ ਦਾ ਨਿਰਦੇਸ਼ਕ ਹੁੰਦਾ ਆ। ਰੰਗੇ ਦੇ ਹੀ ਹੱਥ ਵਿੱਚ ਚਮੋਟਾ ਹੁੰਦਾ ਤੇ ਬਹੁਤ ਹੀ ਸਮਝਦਾਰ ਜਿਹੜਾ ਨਕਲੀਆ ਹੁੰਦਾ ਉਹ ਰੰਗੇ ਦਾ ਪਾਰਟ ਪਲੇ ਕਰਦਾ ਹੈ। ਬਿਗਲਾ ਜਿਹੜਾ ਉਹ ਮਖੌਲੀ ਅਦਾਕਾਰ ਆ, ਇਹਦੀ ਸ਼ਕਲ ਵੇਖ ਕੇ ਹਾਸਾ ਆ ਜਾਂਦਾ ਵਾ। ਹੋਰ ਵੀ ਇਹਦੇ ਵਿੱਚ ਅਦਾਕਾਰ ਹੁੰਦੇ ਆ ਪਰ ਔਰਤ ਅਦਾਕਾਰ ਇਹਦੇ ਵਿੱਚ ਨਹੀਂ ਲੈ ਜਾਂਦੇ। ਜਿਹੜੇ ਆਦਮੀ ਹੁੰਦੇ ਆ ਉਹੋ ਹੀ ਸਿਰ ਦੇ ਉੱਤੇ ਜਿਹੜਾ ਪਰਨਾ ਬੰਨ੍ਹ ਕੇ ਆਦਮੀ ਦਾ ਰੋਲ ਪਲੇ ਕਰਦੇ ਆ। ਗਲ ਵਿੱਚ ਜਿਹੜਾ ਪਰਨਾ ਉਹ ਪਾ ਕੇ ਕੁੜੀਆਂ ਜਾਂ ਔਰਤਾਂ ਦਾ ਰੋਲ ਕਰ ਲੈਂਦੇ। ਉਸ ਤੋਂ ਅੱਗੇ ਲੇਖਕ ਦੱਸਦਾ ਕਿ ਨਕਲਾਂ ਵਿੱਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਆ। ਅਦਾਕਾਰਾਂ ਤੇ ਦਰਸ਼ਕਾਂ ਦਾ ਆਪਸ ਵਿੱਚ ਬੜਾ ਗੂੜ੍ਹਾ ਸੰਬੰਧ ਹੁੰਦਾ। ਦਰਸ਼ਕ ਜਦੋਂ ਜੀ ਚਾਹੁਣ ਨਕਲਾਂ ਵਿੱਚ ਦਖਲ ਅੰਦਾਜ਼ੀ ਕਰ ਸਕਦੇ ਆ। ਮਤਲਬ ਕਿ ਜਦੋਂ ਨਕਲਾਂ ਕਿਤੇ ਪੈ ਰਹੀਆਂ ਹੁੰਦੀਆਂ ਆ, ਪੇੜ ਲੱਗਿਆ ਹੁੰਦਾ ਆ, ਉਹਨਾਂ ਦੇ ਆਲੇ ਦੁਆਲੇ ਦਰਸ਼ਕ ਜਿਹੜੇ ਉਹ ਜੁੜਨੇ ਸ਼ੁਰੂ ਹੋ ਜਾਂਦੇ ਆ। ਹੁਣ ਇਹ ਜਿਹੜੇ ਨਕਲਾਂ ਲਾਉਣ ਵਾਲੇ ਨਕਲੀਏ ਹੁੰਦੇ ਆ, ਇਹਨਾਂ ਦੀ ਸੰਬੋਧਨੀ ਸ਼ੈਲੀ ਬਹੁਤ ਪਸਾਰੀ ਹੁੰਦੀ ਆ। ਮਤਲਬ ਕਿ ਇੱਕ ਹੀ ਦਿਸ਼ਾ ਵਿੱਚ ਨਹੀਂ, ਇਹ ਇੱਕ ਹੀ ਜਣੇ ਨੂੰ ਗੱਲਬਾਤ ਨਹੀਂ ਕਰਦੇ, ਆਸੇ-ਪਾਸੇ ਸਾਰੇ ਦਰਸ਼ਕਾਂ ਨੂੰ ਇਹ ਜਿਹੜਾ ਸੰਬੋਧਨ ਕਰਦੇ ਆ। ਇੱਕੋ ਵੇਲੇ ਉਹ ਦਰਸ਼ਕਾਂ ਨੂੰ ਸੰਬੋਧਿਤ ਵੀ ਕਰਦੇ ਆ ਤੇ ਆਪਣੇ ਸਾਥੀਆਂ ਨੂੰ ਵੀ। ਇਸੇ ਕਰਕੇ ਨਕਲਾਂ ਵਿੱਚ ਦਰਸ਼ਕਾਂ ਦੀ ਸਿਰਫ ਮਾਨਸਿਕ ਸ਼ਮੂਲੀਅਤ ਹੀ ਨਹੀਂ ਬਲਕਿ ਸਰੀਰਕ ਸ਼ਮੂਲੀਅਤ ਵੀ ਹੁੰਦੀ ਹੈ। ਮੌਕੇ ਅਨੁਸਾਰ ਕਿਵੇਂ ਇਹਨਾਂ ਦੀ ਸ਼ਮੂਲੀਅਤ ਕੀਤੀ ਜਾਂਦੀ ਕਿ ਦਰਸ਼ਕਾਂ ਵਿੱਚੋਂ ਜਿਹੜੇ ਨਕਲੀਏ ਆ ਉਹ ਬੱਚਾ ਚੁੱਕ ਲੈਂਦੇ ਆ ਜਾਂ ਕਿਸੇ ਨਿੱਕੇ ਜਿਹੇ ਮੁੰਡੇ ਨੂੰ ਕਿਸੇ ਕਿਸਮ ਦਾ ਮਖੌਲ ਕਰਦੇ ਆ, ਕਿਸੇ ਜਵਾਨ ਵੱਲ ਵੇਖ ਕੇ ਇਸ਼ਾਰਾ ਕਰਦੇ ਆ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਹੁੰਦੇ ਆ ਉਹ ਦਰਸ਼ਕਾਂ ਦੀ ਭੂਮਿਕਾ ਨਿਭਾਉਂਦੇ ਇਹਦੇ ਵਿੱਚ। ਇਸ ਤਰ੍ਹਾਂ ਜਦ ਰੰਗਾ ਬਿਗਲੇ ਨੂੰ ਚਮੋਟਾ ਮਾਰਦਾ ਤੇ ਬਿਗਲਾ ਅੱਗੋਂ ਕਹਿੰਦਾ ਕਿ ਨਾ ਮਾਰ ਓਏ, ਤੇ ਰੰਗਾ ਪੁੱਛਦਾ ਕਿ ਕਿਉਂ, ਤੇ ਬਿਗਲਾ ਅੱਗੋਂ ਇੱਕ ਨਿੱਕੇ ਜਿਹੇ ਮੁੰਡੇ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਉਹ ਤੇਰਾ ਫੁੱਫੜ ਵਹਿੰਦਾ ਈ। ਜਦੋਂ ਇੱਕ ਨਿੱਕੇ ਜਿਹੇ ਮੁੰਡੇ ਨੂੰ ਫੁੱਫੜ ਕਿਹਾ ਜਾਂਦਾ ਤੇ ਇਸ ਗੱਲ 'ਤੇ ਸਾਰੇ ਹੱਸ ਪੈਂਦੇ। ਹੋਰ ਕਿਹੜੇ ਤਰੀਕੇ ਦੇ ਨਾਲ ਦਰਸ਼ਕਾਂ ਦੀ ਸ਼ਮੂਲੀਅਤ ਹੁੰਦੀ ਕਿ ਜਦੋਂ ਨਕਲਾਂ ਲਾਈਆਂ ਜਾਂਦੀਆਂ ਆ ਤੇ ਦਰਸ਼ਕ ਜਿਹਨੂੰ ਚਾਹੁਣ, ਜਿਹੜਾ ਵੀ ਅਦਾਕਾਰ ਉਹਨਾਂ ਦੇ ਪਸੰਦੀਦਾ ਹੋਵੇ ਉਹਨੂੰ ਹੀ ਪੈਸੇ ਦੇ ਸਕਦੇ ਆ, ਜਿਹਨੂੰ ਕਿ ਵੇਲ ਕਿਹਾ ਜਾਂਦਾ। ਪੈਸੇ ਮਿਲਣ 'ਤੇ ਨਕਲੀਏ ਨਕਲ ਨੂੰ ਉੱਥੇ ਹੀ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ਵੇਲ ਕਰਦੇ ਆ। ਜੇਕਰ ਦਰਸ਼ਕ ਵੇਲ ਕਿਸੇ ਮਨਮਰਜ਼ੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤੇ ਉਹ ਪੈਸੇ ਦਿਖਾ ਕੇ ਉਹਨੂੰ ਆਪਣੇ ਕੋਲ ਵੀ ਸੱਦ ਲੈਂਦੇ ਆ ਜਾਂ ਆਪ ਵੀ ਮੰਚ 'ਤੇ ਜਾ ਸਕਦੇ ਆ। ਸੋ ਕਹਿਣ ਤੋਂ ਭਾਵ ਕਿ ਜਦੋਂ ਨਕਲੀਏ ਨਕਲਾਂ ਲਾਉਂਦੇ ਆ ਤੇ ਦਰਸ਼ਕ ਜਿਹੜੇ ਉਹ ਚੁੱਪ ਚਾਪ ਬੈਠੇ ਉਹਨਾਂ ਨੂੰ ਵੇਖਦੇ ਜਾਂ ਸੁਣਦੇ ਨਹੀਂ ਰਹਿੰਦੇ।
ਬਲਕਿ ਇਹ ਜਿਹੜੇ ਨਕਲੀ ਆ ਦਰਸ਼ਕਾਂ ਨੂੰ ਵੀ ਵਿੱਚ ਸ਼ਾਮਿਲ ਕਰਦੇ ਆ, ਜਾਂ ਆਪ ਪਿੜ ਵਿੱਚ ਜਾ ਕੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਦੇ ਆ, ਜਾਂ ਦਰਸ਼ਕ ਵੀ ਜਿਹੜੇ ਆ ਉਹ ਵੇਲ ਕਰਾਉਣ ਦੇ ਮੰਤਵ ਦੇ ਨਾਲ ਆਪ ਉਸ ਮੰਚ ਤੱਕ ਪਹੁੰਚ ਕਰਦੇ ਆ।